शुरू करना होया। मैं सरजीत सिंह फूल सूबा प्रधान भारतीय किसान यूनियन क्रांतिकारी ते जिहड़ा अज दा इह एक्शन प्रोग्राम है जिहड़ा संयुक्त किसान मोर्चे दे सद्दे ते है, यह सवेरे 8 बजे तो लैके कल दे 8 बजे तक 24 घंटिਆਂ ਲਈ ਜਿਹੜੀ ਇਹ KMP है ਇਹਨੂੰ ਮੁਕੰਮਲ ਜਾਮ ਕਰਨ ਦਾ ਪ੍ਰੋਗਰਾਮ ਹੈ ਤੇ ਉਹ 8 ਵਜੇ ਤੋਂ ਸ਼ੁਰੂ ਹੋ ਚੁੱਕਿਆ ਤੇ ਸਫਲਤਾ ਸਹਿਤ ਹੈ ਜਿਹੜਾ ਸਾਰੀਆਂ ਜਿਹੜੀਆਂ ਸਾਡੇ ਵਰਕਰ ਹੈ, ਕਿਸਾਨ ਹੈ, ਨੌਜਵਾਨ ਹੈ, ਸਾਰੇ ਕਾਫਲਿਆਂ ਦੇ ਸਮੇਤ ਇੱਥੇ ਪਹੁੰਚ ਚੁੱਕੇ ਆ ਤੇ ਕੱਲ ਤੱਕ ਇਹਨੇ ਜੀ ਚੱਲਣਾ ਹੈ। ਹਾਂ, ਦੂਜੀ ਗੱਲ ਜਿਹੜਾ ਹੈਗਾ ਇੱਥੇ ਕਈ ਕਹਿੰਦੇ ਆ ਵੀ ਗਰਮੀ ਹੈ ਜਾਂ ਹੋਰ ਹੈ, ਕੋਈ ਵਿਵਸਥਾ ਜਿਹੜੀ ਪ੍ਰਬੰਧ ਕਰਨੇ ਆ ਉਹ ਸਾਰੇ ਪ੍ਰਬੰਧ ਹੋ ਚੁੱਕੇ ਆ। ਸਭ ਤੋਂ ਪਹਿਲਾ ਪ੍ਰਬੰਧ ਛਾਂ ਦਾ ਹੁੰਦਾ, ਗਰਮੀ ਹੋਣ ਕਰਕੇ ਛਾਂ ਅਸੀਂ ਜਿੰਨੇ ਵੀ KMP ਦੇ ਉੱਤੇ ਆਹ ਟੋਲ ਪਲਾਜ਼ਿਆਂ ਦੇ ਸ਼ੈੱਡ ਹੈ ਇਹ ਸਾਰੇ ਅਸੀਂ ਆਪਦੇ ਕਬਜ਼ੇ 'ਚ ਲੈ ਲਏ ਆ ਤੇ ਸਾਰੀਆਂ ਜਿਵੇਂ ਆਹ ਸਟੇ ਚੱਲ ਰਹੀ ਹੈ ਸਾਰੇ ਸ਼ੈੱਡਾਂ ਦੇ ਥੱਲੇ ਜਿੰਨੇ ਵੀ 4 ਚੁਫੇਰੇ ਸ਼ੈੱਡ ਹੈਗੇ ਨੇ ਟੋਲ ਪਲਾਜ਼ਿਆਂ ਦੇ ਉਹਨਾਂ ਸਾਰਿਆਂ ਦੇ ਉੱਤੇ ਘੱਟੋ ਘੱਟ 10-10 20-20 ਕਿਲੋਮੀਟਰ ਦੇ ਸੰਨ ਤੇ ਇਹ ਟੋਲ ਪਲਾਜ਼ੇ ਹੋਣਗੇ। ਉਹਨਾਂ ਸਾਰਿਆਂ ਦੇ ਸੰਨ ਤੇ ਜਿਹੜੀ ਇਹ ਜਿਹੜੇ ਆਪਣੇ ਸਟੇਜਾਂ ਚੱਲ ਰਹੀਆਂ ਨੇ, ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ, ਚਾਹ ਦਾ ਲੰਗਰ ਦਾ ਹੋ ਜਾਊਗਾ, ਹਵਾ ਰਹਿ ਜਾਂਦੀ ਹੈ, ਹਵਾ ਕੁਦਰਤ ਵੱਲੋਂ ਹੀ ਚੱਲ ਰਹੀ ਹੈ, ਹਵਾ ਦਾ ਪ੍ਰਬੰਧ ਕਰਨ ਦੀ ਕੋਈ ਲੋੜ ਨਹੀਂ ਜੀ। देखो जी कल ਜਦੋਂ इधर फैसला हो गया ਸੀਗਾ संयुक्त किसान मोर्चे ਵੱਲੋਂ ਲੱਖੇ ਸਿਧਾਣੇ ਨੂੰ ਆਪਣੇ ਮੋਰਚੇ ਵੱਲੋਂ ਆਪਣੇ ਕਲਾਵੇ 'ਚ ਲੈਣ ਦਾ ਤੇ ਉਹਦਾ ਬਕਾਇਦਾ ਐਲਾਨ ਹੋ ਗਿਆ ਪ੍ਰੈਸ ਕਾਨਫਰੰਸ ਕਰਕੇ। ਉਦੋਂ ਬਾਅਦ ਲੱਖੇ ਸਿਧਾਣੇ ਵੱਲੋਂ ਐਲਾਨ ਕਰਤਾ ਸੀਗਾ ਵੀ 9 ਤਰੀਕ ਨੂੰ ਅਸੀਂ ਮਸਤੂਆਣਾ ਸਾਹਿਬ ਜਿਹੜਾ ਗੁਰਦੁਆਰਾ ਹੈ ਉੱਥੋਂ ਸਾਰੇ ਨੌਜਵਾਨ ਮੇਰੇ ਸਮੇਤ ਸਾਰੇ ਅਸੀਂ ਕਾਫਲੇ ਸਮੇਤ ਦਿੱਲੀ ਪਹੁੰਚਾਂਗੇ ਤੇ ਉਦੋਂ ਬਾਅਦ ਆ ਜਿਹੜਾ ਅੱਜ ਵਾਲਾ ਜਿਹੜਾ KMP ਦਾ 24 ਘੰਟੇ ਵਾਲਾ ਜਾਮ ਹੈ ਉਹਦੇ ਵਿੱਚ ਸ਼ਾਮਲ ਹੋਵਾਂਗੇ। ਉਹ ਪਹਿਲੇ ਹੀ ਐਲਾਨ ਹੋਇਆ ਤੇ ਸਾਰਾ ਮੀਡੀਆ 'ਚ, ਸੋਸ਼ਲ ਮੀਡੀਆ 'ਚ, ਦੂਜੇ ਮੀਡੀਆ 'ਚ ਆਇਆ ਹੋਇਆ ਤੇ ਉਸੇ ਐਲਾਨ ਮੁਤਾਬਕ ਕੱਲ ਅਸੀਂ ਮਸਤੂਆਣਾ ਸਾਹਿਬ ਤੋਂ ਜਿਹੜਾ ਸਾਰਾ ਕਾਫਲਾ ਸੀਗਾ ਉਹ ਜਿਹਦੇ ਵਿੱਚ ਗੱਡੀਆਂ ਸੀਗੀਆਂ, ਹਜ਼ਾਰਾਂ ਗੱਡੀਆਂ ਦਾ ਜਿਹੜਾ ਕਾਫਲਾ ਉੱਥੋਂ 12-1 ਵਜੇ ਚੱਲਿਆ। ਅਸੀਂ ਮੂਹਰੇ ਉਹਦੀ ਅਗਵਾਈ ਕੀਤੀ ਆ ਕਿਸਾਨ ਆਗੂਆਂ ਨੇ, ਮੈਂ ਸੀਗਾ, ਆਪਣਾ ਮਨਜੀਤ ਸਿੰਘ ਰਾਏ ਸੀਗਾ, ਸੰਯੁਕਤ ਕਿਸਾਨ ਮੋਰਚੇ ਦੇ ਬਲਦੇਵ ਸਿੰਘ ਸਿਰਸਾ ਸੀਗਾ। ਇਹਨਾਂ ਆਗੂਆਂ ਦੀ ਅਗਵਾਈ ਦੇ ਵਿੱਚ ਉਹ ਸਾਰੇ ਦਾ ਸਾਰਾ ਲੱਖਾ ਸਿਧਾਣਾ ਤੇ ਉਹ ਜਿਹੜੇ ਨੌਜਵਾਨ ਹੈ ਹਜ਼ਾਰਾਂ ਦੀ ਗਿਣਤੀ 'ਚ ਉਹ ਕੱਲ ਕਾਫਲੇ ਸਮੇਤ ਇੱਥੇ ਪਹੁੰਚ ਗਏ ਆ ਤੇ ਹੁਣ ਉਹ ਸਾਰੇ ਦੇ ਸਾਰੇ ਨੌਜਵਾਨ ਹੈ ਇਹ KMP ਵਾਲੇ ਜਾਮ ਦੇ ਵਿੱਚ ਵੀ ਸ਼ਾਮਲ ਹੋ ਗਏ ਆ। ਨੌਜਵਾਨ ਵੀ ਆ ਗਏ, ਲੱਖਾ ਸਿਧਾਣਾ ਵੀ ਆ ਗਏ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਤੁਸੀਂ? ਲੋਕਾਂ ਨੂੰ ਸਾਡੀ ਅਪੀਲ ਇਹੀ ਹੈ ਵੀ ਜਿਹੜਾ ਇਹ ਸਰਕਾਰ ਦਾ ਜਿਹੜੇ ਕਾਨੂੰਨ ਹੈ, ਕਾਲੇ ਕਾਨੂੰਨ ਹੈ ਤੇ ਜਿਹੜਾ MSP ਵਾਲਾ ਮਸਲਾ ਹੈ, ਇਹ ਸਾਡੀ ਜ਼ਿੰਦਗੀ ਮੌਤ ਦਾ ਮਸਲਾ ਹੈ। ਜ਼ਿੰਦਗੀ ਮੌਤ ਦਾ ਮਤਲਬ ਇਹ ਹੈ ਜੇ ਅਸੀਂ ਕਾਮਯਾਬ ਹੋ ਗਏ ਤਾਂ ਸਾਡੀ ਜਿਉਂਦੇ ਰਹਿ ਗਏ, ਅਸੀਂ ਜੇ ਨਾ ਕਾਮਯਾਬ ਹੋਏ ਤਾਂ ਇਹਦਾ ਮਤਲਬ ਮੌਤ ਹੈ, ਸਾਡੀ ਹੋਂਦ ਦਾ ਖਾਤਮਾ ਹੈ। ਇਹਨੂੰ ਅਸੀਂ ਇਸ ਕਰਕੇ ਇਹਨੂੰ ਜਿਹੜਾ ਜ਼ਿੰਦਗੀ ਮੌਤ ਦਾ ਇਹ ਮੋਰਚਾ ਹੈਗਾ ਦਿੱਲੀ ਵਾਲਾ ਮੋਰਚਾ, ਇਹਨੂੰ ਸਫਲ ਕਰਨ ਲਈ ਠੀਕ ਆ ਹੁਣ ਤੱਕ ਆਹ ਜਿਹੜਾ ਮਹੀਨਾ ਲੰਘਿਆ, ਇਹ ਅਪ੍ਰੈਲ ਮਹੀਨਾ ਲੰਘ ਗਿਆ, ਇਹ ਤੋਂ ਪਹਿਲਾਂ ਮਾਰਚ ਵਾਲਾ ਮਹੀਨਾ ਲੰਘਿਆ, ਇਹਦੇ ਵਿੱਚ ਬਥੇਰੀਆਂ ਕਾਨਫਰੰਸਾਂ ਕਰ ਲਈਆਂ ਸਾਰੇ ਸੂਬਿਆਂ ਦੇ ਵਿੱਚ। ਹੁਣ ਉਹ ਕਾਨਫਰੰਸਾਂ ਬੰਦ ਕਰਕੇ ਹਾੜੀ ਸਾਂਭ ਕੇ ਜਿਹੜਾ ਇਦੋਂ ਬਾਅਦ ਵਾਲਾ ਜਿਹੜਾ ਵੱਡਾ ਐਕਸ਼ਨ ਹੈਗਾ ਐਲਾਨ ਕੀਤਾ ਹੋਇਆ ਮਈ ਦੇ ਪਹਿਲੇ 15 ਦੇ ਵਿੱਚ ਪਾਰਲੀਮੈਂਟ ਤੱਕ ਕੂਚ ਕਰਨ ਵਾਲਾ, ਪੈਦਲ ਕੂਚ ਵਾਲਾ ਤੇ ਪਾਰਲੀਮੈਂਟ ਅੱਗੇ ਧਰਨਾ ਮਾਰਨ ਵਾਲਾ, ਡੇਰਾ ਲਾ ਕੇ ਬੈਠਣ ਵਾਲਾ, ਇਹਦੀ ਖਾਤਰ ਉਹ ਆਪਣੀਆਂ ਸਾਰੀਆਂ ਤਿਆਰੀਆਂ ਕਰ ਲੈਣ ਤੇ ਸਾਰੇ ਦੂਰ ਨੇੜੇ ਵਾਲੇ ਮਈ ਦੇ ਸਾਰਾ ਕੰਮ ਨਿਬੇੜ ਕੇ ਮਈ ਮਹੀਨੇ ਦੇ ਵਿੱਚ ਇੱਥੇ ਦਿੱਲੀ ਪਹੁੰਚ ਜਾਣਗੇ। ਬੰਦ 24 ਘੰਟੇ ਚੱਲੂਗਾ ਜਾਂ ਵੱਧ ਵੀ ਚੱਲ ਸਕਦਾ ਜੀ? ਨਹੀਂ ਜੀ, ਇਹਦਾ ਫੈਸਲਾ ਜਿਹੜਾ ਹੈਗਾ ਅਸੀਂ ਐ ਨਹੀਂ ਕਰਦੇ ਹੁੰਦੇ ਵੀ ਕੱਗੇ ਕੁਛ ਹੋਰ ਤੇ ਕਰਗੇ ਕੁਛ ਹੋਰ। ਇੱਕ ਵਾਰੀ ਇਹ 24 ਘੰਟਿਆਂ ਦੇ ਹੋਇਆ, 24 ਘੰਟਿਆਂ ਬਾਅਦ ਇਹ ਸਮਾਪਤ ਹੋਊਗਾ ਤੇ ਦੂਜਾ ਜਿਹੜਾ ਮਈ ਮਹੀਨੇ ਵਾਲਾ ਜਿਹੜਾ ਐਕਸ਼ਨ ਪ੍ਰੋਗਰਾਮ ਹੈ ਪਾਰਲੀਮੈਂਟ ਵਾਲਾ, ਉਹਦੀਆਂ ਤਿਆਰੀਆਂ ਹੋਣਗੀਆਂ ਜੀ। ਸ਼ਹਿਰਾਂ ਕਸਬਿਆਂ ਦੇ ਵਿੱਚ ਜਾਵਾਂਗੇ, ਲੋਕ ਸਾਡਾ ਵਿਰੋਧ ਕਰਨਗੇ। ਪਰ ਹੁਣ ਇਹਨਾਂ ਨੇ ਪ੍ਰੋਗਰਾਮ ਕੀ ਬਣਾ ਲਿਆ? ਪ੍ਰੋਗਰਾਮ ਇਹ ਬਣਾ ਲਿਆ ਕਿ ਅਸੀਂ ਡਾਕਟਰ ਅੰਬੇਡਕਰ ਦਾ ਜਯੰਤੀ ਮਨਾਉਣੀ ਹੈ ਔਰ ਜਿਸ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੂੰ ਦੇਖੋ, ਜੇਕਰ ਤੁਸੀਂ ਜਯੰਤੀ ਮਨਾਉਣੀ, ਜੇਕਰ ਅਸੀਂ ਗੁਰੂ ਨਾਨਕ ਨੂੰ ਗੁਰੂ ਮੰਨਣਾ ਮਨੋ ਕਰਕੇ ਤਾਂ ਜੋ ਉਹਨਾਂ ਨੇ ਗੁਰਬਾਣੀ 'ਚ ਲਿਖਿਆ ਹੈ ਉਹਨੂੰ ਮੰਨਾਂਗੇ ਨਾ। ਜੇ ਉਹਨੂੰ ਨਹੀਂ ਮੰਨਦੇ ਤਾਂ ਫਿਰ ਅਸੀਂ ਗੁਰੂ ਨਾਨਕ ਨੂੰ ਗੁਰੂ ਕੀ ਮੰਨਿਆ? ਜੇਕਰ ਉਹਦਾ ਲਿਖਿਆ ਸੰਵਿਧਾਨ ਨਹੀਂ ਤੁਹਾਨੂੰ ਮਨਜ਼ੂਰ, ਜੇਕਰ ਉਹਦੇ ਸੰਵਿਧਾਨ ਨੂੰ ਤਾਰ ਕਰਨ ਦੇ ਉਤਰੇ ਹੋ, ਲੋਕ ਵਿਚਾਰੇ ਜਿਸ ਤਰ੍ਹਾਂ ਆਮ ਰੂਟੀਨ ਦੇ ਵਿੱਚ
बीजेपी का विरोध करते हैं उस तरह साडा विरोध करने वास्ते फिर निकल गए तो असीं कहांगे कि यह मजदूरों का लीडर सी, यह दलितों का नेता सी और जट्टा ਜਿਹੜੇ किसान है जट्टां के जाटां नूं उस तबके के नालों निखेरन वास्ते एक प्रचार छड्डांगे कि असीं भीम राव डॉक्टर अंबेडकर का दिन मनाउणा चाहुंदे सी, इन्हां ने सानूं वो दिन नहीं मनाउण दित्ता ताकि इहदे जिहड़ी एकता बन रही है, जिहड़ी यूनिटी बन रही है, जिवें साडा वीर मजदूरां दे विचों आगे से बोल के गल करके गए ने इस एकता तो डरते फिर मना रहे ने, ड्रामाबाजी कर रहे ने। सो मेरा गल करने का मतलब मेरे वीरों ये सी कि इत्थे सानू सियाणा होने पैना है, सानू समझदारी नाल काम करना पैना है। इस करके संयुक्त मोर्चे ने बड़ी समझदारी तो काम लेंदिया यह फैसला लिया कि कोई गल नहीं, इन्हां नूं मौका नहीं देना कि कोई यह मौका लैके साडी आपसी भाईचारक साझ नूं तोड़ सकण। कोई गल नहीं, अगर ये जेकर लगातार डॉक्टर भीमराव अंबेडकर नूं बाहर करदे सी, अज सानू खिलाउण दी खातर उहदे सामने झुकण वास्ते आ रहे हैं और जो इन्हां नूं पता लगेगा कि अपने सिद्धांत के खिलाफ जा रहे हैं, जिहड़े कदे कहंदे सी कि उहदा सानू संविधान नहीं मंजूर, ਉਹਦਾ ਲਿਖਿਆ ਸੰਵਿਧਾਨ ਤੋਂ ਬਦਲਾਵਾ ਵਰਤੇ ਸੀ, ਅੱਜ ਉਹਦੀ ਜयंती ਦੇ ਉੱਤੇ ਉਹਨੂੰ ਫੁੱਲਾਂ ਦੇ ਮਾਲਾ ਪਾਉਣ ਆ ਰਹੇ ਨੇ। ਤਾਂ ਇਹਦਾ ਮਤਲਬ ਕੀ ਹੈ ਕਿ ਆਪਦੀ ਕਰਤੂਤ ਤੋਂ, ਆਪਦੀ ਵਿਚਾਰਧਾਰਾ ਤੋਂ, ਆਪਦੀ ਸੋਚ ਦੇ ਉਲਟ ਚੱਲ ਕੇ ਆ ਰਹੇ ਨੇ। ਸੋ ਇਸੇ ਕਰਕੇ ਸੰਯੁਕਤ ਮੋਰਚੇ ਨੇ ਫੈਸਲਾ ਲਿਆ ਕਿ ਆਪਾਂ ਅਗਲੇ ਆਉਂਦੇ ਆ ਤਾਂ ਜਿੱਥੇ ਵੀ ਆਉਂਦੇ ਆ, ਕਿਤੇ ਵੀ ਆਉਂਦੇ ਆ, ਇਹਨਾਂ ਦਾ ਇਸ ਪ੍ਰੋਗਰਾਮ, ਕੇਵਲ ਇਸ ਪ੍ਰੋਗਰਾਮ ਤੱਕ ਆਪਾਂ ਵਿਰੋਧ ਨਹੀਂ ਕਰਨਾ। ਕਿ ਮੈਂ ਤੁਹਾਡੇ ਵਿੱਚ ਦੱਸਣਾ ਤਾਂ ਵਾਜਬ ਸਮਝਦਾ ਸੀ ਦੋਸਤੋ ਕਿ ਇਹ ਕੱਲ ਦੀ ਮੀਟਿੰਗ ਦਾ ਫੈਸਲਾ ਸੀ ਪਰਸੋਂ ਦੀ ਦਾ, ਤੁਹਾਡੇ ਤੱਕ ਇਹ ਪਹੁੰਚਿਆ ਨਹੀਂ, ਕਿਤੇ ਕਮੀ ਨਾ ਰਹਿ ਜੇ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਮੌਕਾ ਨਾ ਮਿਲ ਜੇ ਕਿ ਸਾਡੀ ਆਪਸੀ ਸਾਂਝ, ਆਪਸੀ ਭਾਈਚਾਰੇ ਨੂੰ ਤੋੜਨ ਦਾ ਉਹਨਾਂ ਨੂੰ ਮੌਕਾ ਆਪਾਂ ਦੇਣਾ ਨਹੀਂ। ਆਪਣੀ ਸਾਂਝ ਬਣ ਰਹੀ ਹੈ, ਆਏ ਦਿਨ ਸਾਡੇ ਨਾਲ ਉਹਨਾਂ ਦੀ ਜਿਹੜੀ ਦਲਿਤ ਭਾਈਚਾਰੇ ਦੇ ਵਿੱਚੋਂ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਸਾਡਾ ਸਾਥ ਦੇ ਰਹੀ ਹੈ, ਦਲਿਤ ਭਾਈਚਾਰਾ ਸਾਡੇ ਨਾਲ ਖੜਾ ਔਰ ਉਹਨਾਂ ਦੀ ਏਕਤਾ ਨੂੰ ਆਪਾਂ ਬਣਾਈ ਰੱਖਣਾ ਹੈ। ਇਹਦੇ ਲਈ ਜਿੱਤ ਲਈ ਹਰ ਹਾਲ ਦੇ ਵਿੱਚ ਇਹ ਜਿੱਤ ਯਕੀਨੀ ਹੈ। ਮੇਰੇ ਦੋਸਤੋ, ਅੱਜ ਦੇਸ਼ ਦੇ ਵਿੱਚ ਅੰਦੋਲਨ ਫੈਲ ਰਿਹਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਭਾਵੇਂ ਇਹ ਹੁਣ ਇੱਥੇ ਗੱਲ ਆ ਰਹੀ ਸੀ, ਪੱਤਰਕਾਰ ਮੈਥੋਂ ਪੁੱਛਦੇ ਸੀ ਕਿ ਪ੍ਰਧਾਨ ਜੀ ਬੀਜੇਪੀ ਵਾਲੇ ਕਹਿੰਦੇ ਆ ਕਿ ਕਿਸਾਨ ਲੀਡਰ ਆਪਦਾ ਅਸਲ ਏਜੰਡਾ ਛੱਡ ਕੇ ਇਹ ਤਾਂ ਜੀ ਪੋਲੀਟੀਕਲ ਏਜੰਡਾ ਬਣਾ ਕੇ, ਪੋਲੀਟੀਕਲ ਏਜੰਡਾ ਨਹੀਂ ਬਣਾਇਆ, ਇਹ ਉਹਨਾਂ ਨੂੰ ਦਰਦ ਹੋਣ ਲੱਗਿਆ। ਕਿਉਂ ਹੋਣ ਲੱਗਿਆ ਮੈਂ ਤੁਹਾਡੇ ਵੀ ਧਿਆਨ 'ਚ ਲਿਆਵਾਂ ਮੇਰੇ ਪਿਆਰੇ ਮਿੱਤਰੋ। ਇਹ ਜਿਹੜਾ ਅੰਦੋਲਨ ਜਿੰਨਾ ਬੀਜੇਪੀ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ, ਬੀਜੇਪੀ ਦਾ ਵੀ ਇੱਕ ਦਾਅ ਲੱਗਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਜਾ ਕੇ ਇੰਨਾ ਸਾਰਾ ਪਰਿਵਾਰ ਇਕੱਠਾ ਹੋਇਆ, ਇੰਨੀਆਂ ਸਾਰੀਆਂ 400-500 ਜਥੇਬੰਦੀਆਂ ਇਕੱਠੀਆਂ ਹੋਈਆਂ, ਕਿਤੇ ਨਾ ਕਿਤੇ ਤਾਂ ਖਿਲਣਗੀਆਂ ਤੇ ਇਹਨੂੰ ਹੋਰ ਲੰਬਾ ਖਿੱਚੋ। ਪਰ ਦੂਜੇ ਪਾਸੇ ਕਾਰਨ ਜਿਹੜਾ ਤੁਹਾਡੀ ਲੀਡਰਸ਼ਿਪ ਨੇ, ਤੁਹਾਡੇ ਪਿਆਰ ਨੇ, ਆਪਾਂ ਅੰਦੋਲਨ ਨੂੰ ਪੂਰੇ ਦੇਸ਼ ਦੇ ਵਿੱਚ ਫੈਲਾਉਣ ਦਾ ਜੋ ਪੀੜਾ ਚੁੱਕਿਆ ਹੋਇਆ ਹੈ, ਉਹ ਆਏ ਦਿਨ ਅੰਦੋਲਨ ਦੇਸ਼ ਦੇ ਵਿੱਚ ਫੈਲ ਰਿਹਾ ਹੈ, ਪੂਰੇ ਹਿੰਦੁਸਤਾਨ ਦੇ ਵਿੱਚ ਅੰਦੋਲਨ ਫੈਲਦਾ ਜਾ ਰਿਹਾ ਹੈ, ਜਿਹਦਾ ਇੱਕ ਸਿੱਟਾ ਇਹਨਾਂ ਨੂੰ ਮਿਲ ਰਿਹਾ ਹੈ, ਜਿਹਦੇ ਕਰਕੇ ਇਹ ਹੁਣ ਇਸ ਗੱਲ ਇਹ ਗੱਲਾਂ ਕਰਨ ਲੱਗੇ ਨੇ, ਕਦੇ ਉੱਥੇ ਜਾਂਦੇ ਨੇ, ਕਦੇ ਇਹ ਸਾਡੇ ਪ੍ਰਤੀ ਦੋਸ਼ ਲਾਉਂਦੇ ਆ ਕਿ ਇਹ ਇਲੈਕਸ਼ਨਾਂ ਵਾਲੀ ਨੀਤੀ ਅਪਣਾ ਰਹੇ ਨੇ। ਇਲੈਕਸ਼ਨ ਦੀ ਕੋਈ ਨੀਤੀ ਨਹੀਂ, ਨੀਤੀ ਕੇਵਲ ਇੱਕੋ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਸਾਡਾ ਕੋਈ ਨਿਸ਼ਾਨਾ ਨਹੀਂ ਕਿ ਕਿਹਨੂੰ ਹਰਾਉਣਾ ਹੈ ਜਾਂ ਕਿਹਨੂੰ ਜਿਤਾਉਣਾ ਹੈ। ਸਾਡਾ ਇੱਕੋ ਹੀ ਨਿਸ਼ਾਨਾ ਹੈ ਦੱਸਣਾ ਲੋਕਾਂ ਨੂੰ, ਉਹਨਾਂ ਲੋਕਾਂ ਤੱਕ ਜਿਨ੍ਹਾਂ ਤੱਕ ਹਜੇ ਤੱਕ ਇਹਨਾਂ ਦੇ ਮੀਡੀਆ ਨੇ ਇਹ ਮੈਸੇਜ ਨਹੀਂ ਜਾਣ ਦਿੱਤਾ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਲੱਗਣ ਦਿੱਤਾ, ਇਹਨਾਂ ਲੋਕਾਂ ਨੇ, ਇਹਨਾਂ ਦੇ ਮੀਡੀਆ ਨੇ ਜਿਹਦਾ ਗਲਤ ਵਾਅਦੇ ਰੱਖਿਆ ਇਹਨਾਂ ਨੇ ਕਿ ਅੰਦੋਲਨ ਕਿਸ ਇਸ਼ੂ ਤੇ ਹੋ ਰਿਹਾ ਹੈ, ਉਹ ਗੱਲ, ਉਹ ਮੈਸੇਜ ਉਹਨਾਂ ਲੋਕਾਂ ਤੱਕ ਜਾਣਾ ਬਹੁਤ ਜ਼ਰੂਰੀ ਸੀ ਭਰਾਵੋ। ਇਸੇ ਕਰਕੇ ਮੈਸੇਜ ਦੇਣ ਦੇ ਲਈ ਸਾਡੇ ਵੀਰ ਜਿਹੜੇ ਸਾਡੇ ਲੀਡਰ ਸਾਹਿਬਾਨ ਕਲਕੱਤਾ ਤੱਕ ਜਾ ਕੇ ਆਏ ਨੇ, ਸਾਡੇ ਹੋਰਨਾਂ ਸਟੇਟਾਂ ਦੇ ਵਿੱਚ ਵੀ ਸਾਡੀ ਲੀਡਰਸ਼ਿਪ ਜਾ ਰਹੀ ਹੈ। ਸਾਡਾ ਕਿਸੇ ਨੂੰ ਜਿਤਾਉਣਾ ਤੇ ਕਿਸੇ ਨੂੰ ਹਰਾਉਣਾ ਨਿਸ਼ਾਨਾ ਨਹੀਂ,
ਸਾਡਾ ਨਿਸ਼ਾਨਾ ਹੈ ਕਿ ਇਹ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ, ਲੋਕਾਂ ਦੇ ਖਿਲਾਫ ਘੜੇ ਜਾ ਰਹੇ षडयंत्र, ਉਹਨਾਂ ਦਾ ਪਰਦਾਫਾਸ਼ ਕਰਕੇ ਲੋਕਾਂ ਦੇ ਸਾਹਮਣੇ ਰੱਖਣਾ ਸਾਡਾ ਨਿਸ਼ਾਨਾ ਹੈ। ਉਹ ਰੱਖਣ ਦਾ ਯਤਨ ਕਰ ਰਹੇ ਆ ਔਰ ਉਸੇ ਤੋਂ ਇਹਨਾਂ ਦਾ ਢਿੱਡ ਦੁਖਣਾ ਸ਼ੁਰੂ ਹੋਇਆ। ਔਰ ਅੱਜ ਜਦੋਂ ਦੇਸ਼ ਵਿਆਪੀ ਅੰਦੋਲਨ ਬਣਦਾ ਜਾ ਰਿਹਾ ਹੈ, ਜਿਹਨੂੰ ਅੱਜ ਇਹਨਾਂ ਨੂੰ ਪਤਾ ਲੱਗਣ ਲੱਗਿਆ, ਜਿਹੜੀ ਇਹ ਗੱਲ ਕਹਿਣ ਲੱਗੇ ਨੇ ਕਿ ਇਹ ਰਾਜਨੀਤੀ ਵੱਲ ਨੂੰ ਵੱਧ ਰਹੇ, ਅਸੀਂ ਰਾਜਨੀਤੀ ਵੱਲ ਨੂੰ ਨਹੀਂ ਵੱਧ ਰਹੇ, ਤੁਹਾਡੀਆਂ ਕਰਤੂਤਾਂ ਦੱਸ ਰਹੇ ਆ ਤੇ ਤੁਹਾਡੀਆਂ ਕਰਤੂਤਾਂ ਕਰਕੇ ਲੋਕ ਤੁਹਾਡੇ ਖਿਲਾਫ ਹੁੰਦੇ ਜਾ ਰਹੇ ਨੇ। ਸੋ ਮੇਰੇ ਦੋਸਤੋ, ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਬੀਜੇਪੀ ਸਾਡੇ ਖਿਲਣ ਦੀ ਸੋਚ ਦੇ ਵਿੱਚ ਅੰਦੋਲਨ ਲੰਬਾ ਖਿੱਚਣਾ ਚਾਹੁੰਦੀ ਹੈ ਔਰ ਜਿੰਨਾ ਲੰਬਾ ਖਿੱਚੇਗੀ ਤੁਹਾਡੀ ਸ਼ਾਂਤੀ ਤੇ ਤੁਹਾਡਾ ਵਧੀਆ ਢੰਗ ਦੇ ਨਾਲ ਲੜਿਆ ਜਾ ਰਿਹਾ ਅੰਦੋਲਨ ਪੂਰੇ ਦੇਸ਼ ਦੇ ਵਿੱਚ ਬਰਾਬਰ ਫੈਲ ਰਿਹਾ ਹੈ। ਔਰ ਉਧਰਲੇ ਪਾਸੋਂ ਬੀਜੇਪੀ ਦਾ ਗ੍ਰਾਫ ਦਿਨੋਂ ਦਿਨ ਡਾਊਨ ਜਾ ਰਿਹਾ ਹੈ। ਇਹ ਤੁਹਾਡੀ ਜਿੱਤ ਦਾ ਇੱਕ ਬਹੁਤ ਵੱਡਾ ਸੰਕੇਤ ਹੈ। ਹਰ ਹਾਲਤ ਜਿੱਤਾਂਗੇ, ਬੀਜੇਪੀ ਨੂੰ ਗੋਡੇ ਟੇਕਣੇ ਪੈਣਗੇ, ਪਰ ਏਕਤਾ ਦੇ ਨਾਲ, ਸ਼ਾਂਤੀ ਦੇ ਨਾਲ, ਆਖਰੀ ਦਮ ਤੱਕ, ਜਿੰਨੀ ਦੇਰ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਮੇਰੇ ਦੋਸਤੋ ਡਟ ਕੇ ਇਸ ਮੋਰਚੇ ਦੇ ਵਿੱਚ ਡਟੇ ਰਹਿਣਾ, ਹਰ ਹਾਲਤ ਜਿੱਤ ਕੇ ਉਠਾਂਗੇ। ਧੰਨਵਾਦ ਦੋਸਤੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰਧਾਨ ਜੀ, ਜਿਨ੍ਹਾਂ ਨੇ ਸਾਥੀ ਡੱਲੇਵਾਲ ਸਾਹਿਬ ਨੇ ਤੁਹਾਡੇ ਨਾਲ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਔਰ ਤੁਹਾਨੂੰ ਜਾਬਤੇ 'ਚ ਰਹਿਣ ਦਾ ਵੀ ਸੱਦਾ ਦਿੱਤਾ। ਸੋ ਇੱਕ ਦੋ ਮੈਂ ਬੇਨਤੀਆਂ ਕਰਨੀਆਂ। ਇੱਕ ਤਾਂ ਇੱਧਰ 10 ਨੰਬਰ ਲੇਨ ਤੇ ਕੁਝ ਟਰਾਲੀਆਂ ਖੜੀਆਂ, ਮੁਸ਼ਕਾਰਾਂ ਖੜੀਆਂ, ਉਹ ਕਿਰਪਾ ਕਰਕੇ ਪਿਛਲੇ ਪਾਸੇ ਜਾਂ ਅਗਲੇ ਪਾਸੇ ਲਾਈਆਂ ਜਾਣ ਤਾਂ ਕਿ ਉਹ ਸੰਗਤ ਦੇ ਬਹਿਣ ਦੀ ਜਗ੍ਹਾ ਜਿਹੜੀ ਹੋ ਜਾਵੇ, ਕਿਉਂਕਿ ਗਰਮੀ ਦਾ ਮੌਸਮ ਆ, ਉਹਦੇ ਕਰਕੇ ਆਪਾਂ ਚਾਹੁੰਦੇ ਆ ਕਿ ਜਦੋਂ ਧੁੱਪੇ ਬਹਿਣਾ ਹੋਊਗਾ ਫਿਰ ਕੋਈ ਗੱਲ ਨਹੀਂ ਬਹਿ ਲਵਾਂਗੇ, ਜਿੰਨਾ ਚਿਰ ਛਾਂ ਮਿਲਦੀ ਆ ਉਹ ਤਾਂ ਲੈ ਲਈਏ। ਇਸ ਕਰਕੇ ਦੂਜੀ ਬੇਨਤੀ ਆ ਕਿ ਲੰਗਰ ਗੁਰੂ ਦਾ ਚੱਲਦਾ ਆ, ਜਿਸ ਵੀ ਸੰਗਤ ਨੇ ਲੰਗਰ ਛਕਣਾ ਉਹ ਛਕੇ। ਦੂਜਾ ਬੇਨਤੀ ਇਹ ਆ ਕਿ ਆਪਾਂ ਘੰਟਾ 2 ਘੰਟੇ ਇੱਥੇ ਨਹੀਂ ਰਹਿਣਾ, ਆਪਾਂ 24 ਘੰਟੇ ਇੱਥੇ ਸਵੇਰੇ 8 ਵਜੇ ਤੇ ਰਹਿਣਾ। ਕਿਰਪਾ ਕਰਕੇ ਜਿਹੜੀਆਂ ਪਾਣੀ ਵਾਲੀਆਂ ਬੋਤਲਾਂ ਜਾਂ ਜਿਹੜੇ ਡਿਸਪੋਜ਼ਲ ਵਾਲੇ ਤੁਸੀਂ ਬਰਤਨ ਵਰਤਦੇ ਆ ਉਹ ਕਿਰਪਾ ਕਰਕੇ ਪਰੇ ਸਿੱਟੋ ਤਾਂ ਕਿ ਮਤਲਬ ਜਿਹੜਾ ਇੱਥੇ ਆਪਾਂ ਗੰਦਗੀ ਨਾ ਫੈਲਾਈਏ। ਹੋ ਸਕਦਾ ਸ਼ਾਮ ਨੂੰ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਇੱਕ ਤਾਂ ਮਿੱਟੀ ਮੁੱਟੀ ਉੱਤੇ ਪਾਵਾਂਗੇ। ਸੋ ਕਿਰਪਾ ਕਰਕੇ ਬੇਨਤੀ ਆ ਕਿ ਇਹਨਾਂ ਚੀਜ਼ਾਂ ਦਾ ਸਾਫ਼ ਸਫਾਈ ਦਾ ਧਿਆਨ ਰੱਖੋ। ਆਪਾਂ ਇੱਥੇ ਲਗਾਤਾਰ 24 ਘੰਟੇ ਬਹਿਣਾ। ਹੁਣ ਮੈਂ ਬੇਨਤੀ ਕਰੂੰਗਾ ਸਾਥੀ ਰਾਜੇਵਾਲ ਸਾਹਿਬ, ਕਿਉਂਕਿ ਸਾਡੇ ਵਰਗੇ ਛੋਟੇ ਬੰਦਿਆਂ ਨੂੰ ਨਾ ਲੈਣਾ ਔਖਾ ਹੈ, ਕਿਉਂਕਿ ਵੱਡੇ ਲੀਡਰ ਸਾਰੇ ਸੰਯੁਕਤ ਮੋਰਚੇ ਦੇ, ਉਹਨਾਂ ਨੂੰ ਬੇਨਤੀ ਕਰਦੇ ਆ ਉਹਨਾਂ ਨੇ ਵੀ ਗਾਹਾਂ ਟਿੱਕਰੀ ਬਾਰਡਰ ਤੇ ਬੋਲਣ ਜਾਣਾ, ਜਿਹੜੇ ਲੀਡਰਾਂ ਨੇ ਬੋਲਣ ਜਾਣਾ, ਅਸੀਂ ਉਹਨਾਂ ਨੂੰ ਪਹਿਲਾਂ ਟਾਈਮ ਦੇਵਾਂਗੇ ਤਾਂ ਕਿ ਇਹਨਾਂ ਦੇ 4 ਸਵੇਰੇ ਜਿਹੜੇ ਮੋਰਚੇ ਲੱਗੇ ਆ 5 ਥਾਂ ਤੇ ਜਿਹੜੇ ਜਾਮ ਲੱਗੇ ਸਾਰੇ ਤੇ ਹਾਜ਼ਰੀ ਭਰਦੀ ਹੁੰਦੀ ਆ। ਇਸ ਕਰਕੇ ਅਸੀਂ ਬੇਨਤੀ ਕਰਦੇ। ਦੂਜੀ ਬੇਨਤੀ ਮੇਰੀ, ਇੱਕ ਬੇਨਤੀ ਵੱਡੀ ਲੀਡਰਸ਼ਿਪ ਨੂੰ ਆ, ਛੋਟਾ ਮੂੰਹ ਤੇ ਵੱਡੀਆਂ ਗੱਲਾਂ। ਅਸੀਂ ਬੇਨਤੀ ਕਰਦੇ ਕਿ ਸੰਯੁਕਤ ਮੋਰਚੇ ਦਾ ਫੈਸਲਾ ਆ, ਜਿਹੜੀ ਵੀ ਬਾਕੀ 6 ਸਾਥੀਆਂ ਤੋਂ ਜਿਹੜੇ ਸੰਯੁਕਤ ਮੋਰਚਾ ਇੱਥੇ ਚਲਾ ਰਹੇ ਸੰਚਾਲਕ ਕਮੇਟੀਆਂ, ਉਹਨਾਂ ਤੋਂ ਬਾਹਰ ਕੋਈ ਸਾਥੀ ਸਟੇਜ ਤੇ ਨਾ ਬੈਠੇ, ਮੇਰੇ ਸਾਥੀਆਂ ਨੇ ਮੈਨੂੰ ਸੁਨੇਹਾ ਦਿੱਤਾ। ਸੋ ਬੇਨਤੀ ਆ ਕਿ ਵੱਡੀ ਲੀਡਰਸ਼ਿਪ ਅੱਜ ਇੱਥੇ ਤੁਹਾਡੇ ਵਿੱਚ ਹੀ ਬੈਠੇਗੀ। ਸੋ ਸਾਰੇ ਸਾਥੀਆਂ ਨੂੰ ਇਹ ਸਾਡੀ ਬੇਨਤੀ ਤੇ ਗੌਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਾਥੀ ਸਾਡੇ ਆਗੂ ਰਾਜੇਵਾਲ ਸਾਹਿਬ, ਅੱਜ ਦੇ ਇਸ ਧਰਨੇ 'ਚ ਬੈਠੇ ਬਹੁਤ ਹੀ ਪਿਆਰੇ ਸਤਿਕਾਰਯੋਗ ਕਿਸਾਨ ਭਰਾਵੋ, ਭੈਣੋ, ਨੌਜਵਾਨੋਂ, ਕਿਸਾਨ ਮੋਰਚਾ ਦੇ ਆਗੂ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸਵੇਰੇ 8 ਵਜੇ ਤੋਂ ਕੱਲ੍ਹ ਸਵੇਰੇ 8 ਵਜੇ ਤੱਕ ਇਸ ਸੜਕ ਨੂੰ ਜਾਮ ਕਰਨ ਦਾ ਫੈਸਲਾ ਕੀਤਾ ਹੈ। ਇੱਕ ਗੱਲ ਆਮ ਲੋਕ, ਆਮ ਕਿਸਾਨਾਂ 'ਚ ਫੈਲਾਉਂਦੇ ਰਹਿੰਦੇ ਹੈ ਕਿ ਲੋਕ ਕੋਈ ਸਖਤ ਐਕਸ਼ਨ ਨਹੀਂ ਲੈਂਦੇ, ਸਖਤ ਐਕਸ਼ਨ ਨਹੀਂ ਲੈਂਦੇ। ਮੈਂ ਪੁੱਛਦਾ, ਤੁਸੀਂ 4.5 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ਜਾਮ ਕੀਤੀਆਂ ਹੋਈਆਂ ਹੈ,
ਸਰਕਾਰ ਦਾ ਨੱਕ 'ਚ ਦਮ ਕੀਤਾ ਹੋਇਆ ਹੈ। ਇਹ ਤੋਂ ਸਖਤ ਕੋਈ ਹੋਰ ਹੋ ਸਕਦਾ ਜੀ? ਸਖਤ ਇਸੇ ਨੂੰ ਕਹਿੰਦੇ ਨੇ ਜੇ 5 7 10 50 100 ਦੀਆਂ ਲੱਤਾਂ ਤੋੜਾਈਆਂ ਹੋਣ ਤੇ ਗੋਲੀ ਚਲਵਾ ਕੇ ਕੁਝ ਸ਼ਹੀਦ ਕੀਤੇ ਹੋਣ, ਇਹਨੂੰ ਸਖਤ ਕਹਿੰਦੇ ਨੇ? ਨਹੀਂ, ਸਾਨੂੰ ਸਮਝਣਾ ਪਏਗਾ। ਅੱਜ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਪਾਉਣ ਲਈ ਕਹਿਣੀਆਂ ਨੇ। ਮੈਂ ਕੋਈ ਅੱਜ ਭਾਸ਼ਣ ਦੇਣ ਲਈ ਖੜਾ ਨਹੀਂ ਹੋਇਆ। ਜਿੱਥੇ ਅੰਦੋਲਨ ਪਹੁੰਚ ਗਿਆ, ਇਹਦੀ ਸ਼ਾਇਦ ਕੋਈ ਤਾਕਤ ਨਹੀਂ ਹੁੰਦੀ ਉਸ ਅੰਦੋਲਨ ਨੂੰ ਲੋਕਾਂ ਦੇ ਵਿੱਚੋਂ ਕੱਢ ਸਕੇ। ਅੰਦੋਲਨ ਨੂੰ ਸਰਕਾਰ, ਇਹੋ ਜਿਹੇ ਅੰਦੋਲਨਾਂ ਨੂੰ ਸਰਕਾਰਾਂ ਦਬਾ ਨਹੀਂ ਸਕਦੀਆਂ। ਅੱਜ ਇਸ ਅੰਦੋਲਨ ਦੀਆਂ ਪ੍ਰਾਪਤੀਆਂ ਕਾਨੂੰਨਾਂ ਦੀਆਂ ਤਾਂ ਵਾਪਸ ਹੋਣਗੇ। ਜਿਹੜੀਆਂ ਵੱਡੀਆਂ ਪ੍ਰਾਪਤੀਆਂ ਤੁਸੀਂ ਕੀਤੀਆਂ ਉਹਨਾਂ ਦਾ ਕਿਤੇ ਬਹਿ ਕੇ ਅੰਦਾਜ਼ਾ ਲਾਇਓ। ਅਸੀਂ ਜਿਹੜੇ ਪੰਜਾਬੀ ਹਾਂ, ਬਹੁਤੇ ਕਰਕੇ ਸਿੱਖ ਹਾਂ, ਸਾਡੇ ਬਾਰੇ ਬੜੇ ਭੁਲੇਖੇ ਬੜਾ ਕੁਝ ਵਾਹੀਆਤ ਕਿਸਮ ਦਾ ਦੁਨੀਆ 'ਚ ਪ੍ਰਚਾਰਿਆ ਜਾ ਰਿਹਾ ਸੀ। ਅੱਜ ਤੁਹਾਡਾ ਸਾਰਿਆਂ ਦਾ ਸਾਰੀ ਦੁਨੀਆ 'ਚ ਸਤਿਕਾਰ ਵਧਿਆ ਹੈ। ਕੋਈ ਇਸ ਅੰਦੋਲਨ ਕਰਕੇ ਵਧਿਆ, ਸਾਰੀ ਦੁਨੀਆ 'ਚ ਸਤਿਕਾਰ ਵਧਿਆ, ਕਿਉਂਕਿ ਤੁਸੀਂ ਦੁਨੀਆ ਵਿੱਚ ਕਾਰਪੋਰੇਟ ਹਾਊਸ ਦੇ ਖਿਲਾਫ ਲੜਾਈ, ਪਹਿਲੀ ਲੜਾਈ ਕੀਤੀ ਹੈ। ਕਿਤੇ ਏਡੀ ਵੱਡੀ ਲੜਾਈ ਵੱਡੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਲੋਕਾਂ ਨੇ ਅੱਜ ਤੱਕ ਨਹੀਂ ਲੜੀ। ਇਹ ਪਹਿਲਾ ਹੀਲਾ ਤੁਸੀਂ ਕੀਤਾ ਔਰ ਤੁਸੀਂ ਸਫਲਤਾ ਨਾਲ ਲੜ ਰਹੇ ਹੋ। ਦੂਜੀ ਗੱਲ, ਤੁਸੀਂ ਆਪਣੇ ਭਾਈਚਾਰੇ ਦੀ ਸਾਂਝ ਵਧਾਈ। ਜਾਤ ਪਾਤ ਪਾਰਟੀਬਾਜ਼ੀ ਇਹ ਦੋ ਸਾਰੀ ਤੋਂ ਉੱਪਰ ਉੱਠ ਖੜੇ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਹੋਰ ਵੱਡੀ ਪ੍ਰਾਪਤੀ ਕਿ ਸਾਰਾ ਦੇਸ਼ ਇਕਜੁੱਟ ਹੋ ਗਿਆ। ਇਹ ਅੰਦੋਲਨ ਆਪਣੀ ਰਫ਼ਤਾਰ ਅੱਗੇ ਵਧਦਾ ਗਿਆ। ਅੱਜ ਸਾਰੇ ਦੇਸ਼ ਵਿੱਚ ਇਸ ਅੰਦੋਲਨ ਨੇ ਨਵੀਆਂ ਫਿਰਕਾਂ ਪਾ ਦਿੱਤੀਆਂ। ਜਿਸ ਪਾਸੇ ਭਾਜਪਾ RSS ਦੇ ਨਾਲ ਮਿਲ ਕੇ ਆਪਣੀ ਗਿਣਤੀ ਇੱਕ ਖੇਡ ਵੱਲ ਵੱਧ ਰਹੀਆਂ ਸੀ, ਹਿੰਦੂਤਵ ਦੀ ਖੇਡ ਵੱਲ ਵੱਧ ਰਹੀਆਂ ਸੀ, ਹਿੰਦੂ ਰਾਸ਼ਟਰ ਬਣਾਉਣ ਵੱਲ ਵੱਧ ਰਹੀਆਂ ਸੀ, ਉਹਨੂੰ ਤੁਸੀਂ ਖਾਲੇ ਨਹੀਂ ਪਾਈ, ਉਹਦੀਆਂ ਜੜ੍ਹਾਂ ਹੀ ਪੱਟ ਚੁੱਕੀਆਂ। ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਮੈਂ ਇੱਕ ਦਿਨ ਜ਼ਿਕਰ ਕਰ ਰਿਹਾ ਸੀ, ਪਿਛਲੇ ਦਿਨੀ ਕੋਈ 15 ਦਿਨ ਹੋਏ ਆਂਧਰ ਪ੍ਰਦੇਸ਼ ਵਿੱਚ ਮਿਊਨਿਸਪਲ ਚੋਣਾਂ ਹੋਈਆਂ। ਚੋਣਾਂ ਤਾਂ ਸਾਡੇ ਵੀ ਹੋਈਆਂ, ਇੱਧਰ ਵੀ ਬੀਜੇਪੀ ਨੂੰ ਹਾਰ ਮਿਲੀ ਹੈ, ਹਰਿਆਣੇ ਦੀ ਵੀ ਬੀਜੇਪੀ ਨੂੰ ਹਾਰ ਮਿਲੀ ਹੈ। ਪਰ ਉੱਥੇ ਦੀਆਂ ਚੋਣਾਂ 'ਚ ਉੱਥੇ ਤੇ ਮੁੱਖ ਮੰਤਰੀ ਨੇ ਇੱਕ ਖਾਸ ਗੱਲ ਕਹੀ। ਉੱਥੇ ਤੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਟਵੀਟ ਕਰਕੇ ਕਿਹਾ, ਕਹਿੰਦਾ ਮੋਦੀ ਜੀ ਤੁਹਾਨੂੰ ਇੱਕ ਵੀ ਸੀਟ ਨਹੀਂ ਸਾਰੇ ਅੰਦਰਾਂ 'ਚ ਮਿਲੀ। ਪਰ ਮੈਨੂੰ ਲੱਗਦਾ ਹੈ ਕਿਸਾਨ ਅੰਦੋਲਨ ਨੇ ਅਗਲੀ ਵਾਰ ਗੱਲ ਬੜੀ ਇੰਪੋਰਟੈਂਟ ਹੈ, ਇਹਦੇ ਤੇ ਤਾੜੀਆਂ ਮਾਰਨੀ ਨਹੀਂ ਗੱਲ। ਉਹ ਕਹਿੰਦਾ ਮੈਨੂੰ ਲੱਗਦਾ ਹੈ ਕਿਸਾਨ ਅੰਦੋਲਨ ਨੇ ਤੁਹਾਡੇ ਹਿੰਦੂਤਵ ਦੇ ਏਜੰਡੇ ਨੂੰ ਮਿੱਟੀ 'ਚ ਮਿਲਾਤਾ। ਇਹ ਬਹੁਤ ਵੱਡੀ ਗੱਲ। ਇਹ ਕੋਈ ਛੋਟੀਆਂ ਪ੍ਰਾਪਤੀਆਂ ਨਹੀਂ। ਤੁਸੀਂ ਇੱਥੇ ਬੈਠੇ ਇੱਥੇ ਕੋਈ ਫੈਸਲਾ ਕਰਦੇ ਹੋ, ਐਲਾਨ ਕਰਦੇ ਹੋ, ਤਾਮਿਲਨਾਡੂ 'ਚ ਉੱਥੇ ਅਮਲ ਹੋ ਜਾਂਦਾ, ਲੋਕੀ ਸੜਕਾਂ ਤੇ ਆ ਜਾਂਦੇ ਆ। ਤੁਸੀਂ ਰੇਲਾਂ ਰੋਕਣ ਦੀ ਕਾਲ ਦਿੰਦੇ ਹੋ, ਸਾਰੇ ਦੇਸ਼ ਵਿੱਚ ਲੋਕੀ ਰੇਲਾਂ ਰੋਕ ਦਿੰਦੇ ਆ, ਰੇਲਾਂ ਰੋਕਣ ਦੀ ਕਾਲ ਦਿੰਦੇ ਹੋ। ਬੈਠੇ ਤੁਸੀਂ ਕਹਿੰਦੇ ਹੋ ਭਾਰਤ ਬੰਦ, ਸਾਰੇ ਦੇਸ਼ ਵਿੱਚ ਹਲਚਲ ਮਚ ਜਾਂਦੀ ਹੈ, ਭਾਰਤ ਬੰਦ ਹੋ ਜਾਂਦਾ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ। ਪਰ ਇੱਕ ਹੋਰ ਵੀ ਖਿਆਲ ਰੱਖਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਨਾਲ ਸਾਡਾ ਵਾਹ ਪਿਆ, ਜਿਹੜੀ ਸਰਕਾਰ ਨਾਲ ਵਾਹ ਪਿਆ, ਉਹ ਸਰਕਾਰ ਲੋਕਾਂ ਨੂੰ ਪਾੜ ਕੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਦੇ ਏਜੰਡੇ ਦੇ ਉੱਤੇ ਆਧਾਰਿਤ ਮੁੱਦਾ ਲੈ ਕੇ ਬਣੀ। ਸਰਕਾਰ ਦਾ ਕੋਈ ਇਖਲਾਕ ਨਹੀਂ, ਸਰਕਾਰ ਦੇ ਸਾਹਮਣੇ ਕੋਈ ਲੌਜਿਕ ਨਹੀਂ। ਅਸੀਂ 11 ਮੀਟਿੰਗਾਂ ਕੀਤੀਆਂ ਤੇ ਸਰਕਾਰ ਹੁਣ ਤਾਂ ਹੀ ਕਹੀ ਜਾਂਦੀ ਹੈ ਜੀ ਹੁਣ ਚੁੱਪ ਹੋਈ ਹੈ ਵੀ ਸਾਨੂੰ ਦੱਸਦੇ ਨਹੀਂ ਕੀ ਹੈ ਕਾਲਾ। ਕਲਾਸ ਬਾਈ ਕਲਾਸ ਬਹਿਸ ਨਹੀਂ ਕਰਦੇ, ਜਦਕਿ ਉਹਨਾਂ ਨੂੰ ਅੱਛੀ ਤਰ੍ਹਾਂ ਪਤਾ ਹੈ ਅਸਲੀਅਤ ਇਹ ਹੈ ਕਿ ਅਸੀਂ ਪਹਿਲੀਆਂ 4 ਮੀਟਿੰਗਾਂ ਵਿੱਚ ਕਲਾਸ ਬਾਈ ਕਲਾਸ ਬਹਿਸ ਕਰਕੇ
ਇਹ ਸਾਰੇ ਕਾਲੇ ਕਾਨੂੰਨ ਜਿਹੜੇ ਸੀ ਇਹ ਨੰਗੇ ਕਰ ਦਿੱਤੇ ਸੀ, ਸਾਬਤ ਕਰ ਦਿੱਤਾ ਸੀ ਕਿ ਇਹ ਗਲਤ ਨੇ, ਇਹ ਕਾਨੂੰਨ ਲੋਕ ਵਿਰੋਧੀ ਨੇ, ਇਹ ਕਾਨੂੰਨ ਦੇਸ਼ ਵਿਰੋਧੀ ਨੇ, ਇਹ ਕਾਨੂੰਨ ਕਿਸਾਨਾਂ ਦੇ ਮਜ਼ਦੂਰ ਦੇ ਵਿਰੋਧੀ ਨੇ, ਵਰਕਰ ਦੇ ਵਿਰੋਧੀ ਨੇ। ਤੇ ਅੱਗੋਂ 2 ਦਿਨ ਉਹਨਾਂ ਦੀਆਂ ਗੱਲਾਂ ਕਹਿਣੀਆਂ ਸਾਰੀ ਸਥਿਤੀ ਨੂੰ ਸਪਸ਼ਟ ਕਰ ਦਿੰਦੀ ਹੈ। ਜਦੋਂ ਕੇਂਦਰ ਦਾ ਇੱਕ ਵੱਡਾ ਮੰਤਰੀ ਇਹ ਕਹੇ ਭਈ ਅਸੀਂ ਤੁਹਾਡੀ ਗੱਲ ਤਾਂ ਮੰਨ ਲਈਏ, ਇਸ ਤਰ੍ਹਾਂ ਕਰੋ, ਇਹਨਾਂ ਕਾਨੂੰਨਾਂ ਜਿੰਨੀਆਂ ਮਰਜ਼ੀ ਸੋਧਾਂ ਕਰਾ ਲਓ, ਬਿਲਕੁਲ ਨਕਮਾ ਬਣਾ ਦਿਓ, ਇੱਕ ਪਾਸੇ ਪਿਆ ਰਹੇ ਜੋ ਕੋਈ ਇਹਦੀ ਪਰਵਾਹ ਨਾ ਕਰੇ, ਪਰ ਵਾਪਸ ਲੈਣ ਨੂੰ ਨਾ ਕਹੋ। ਜਦੋਂ ਪੁੱਛਿਆ ਕਿਉਂ ਨਾ ਕਹੀਏ, ਕਹਿੰਦਾ ਅਸੀਂ ਬਹੁਤ ਸੁਧਾਰ ਕੀਤੇ ਆ, ਅਸੀਂ ਲੇਬਰ ਲਾਜ਼ ਬਣਾਏ ਹੈ, ਤੇ ਜੇ ਇਹ ਵਾਪਸ ਲੈ ਲਏ ਤਾਂ ਕੱਲ ਨੂੰ ਇੱਥੇ ਲੇਬਰ ਵਾਲੇ ਆ ਕੇ ਬਹਿ ਜਾਣਗੇ। ਅਸੀਂ ਕਿਹਾ ਵੀ ਇੱਕੋ ਵਾਰੀ ਸਾਰੇ ਲੈ ਲਓ ਵਾਪਸ। ਇਹ ਤੋਂ ਵੀ ਅੱਗੇ ਜੋ ਹੋਰ ਇਹ ਕਹਿਣ, ਉਹਨਾਂ ਦੇ ਵੱਡੇ ਮੰਤਰੀ ਇਹ ਕਹਿਣ ਵੀ ਲਓ ਜੀ ਇਸ ਤਰ੍ਹਾਂ ਦਾ ਕੋਈ ਹੱਲ ਸਾਨੂੰ ਦੱਸੋ ਯੂਨੀਅਨਾਂ ਵਾਲਿਓ, ਜਿਹਦੇ ਨਾਲ ਸਾਡੀ ਇੱਜ਼ਤ ਬਚ ਜਾਏ ਤੇ ਤੁਹਾਡੀਆਂ ਮੰਗਾਂ ਮੰਨੀਆਂ ਜਾਣ। ਹੁਣ ਇੱਜ਼ਤ ਬਚਾਉਣ ਤੇ ਆ ਗਏ, ਇਹ ਕੋਈ ਛੋਟੀ ਗੱਲ ਨਹੀਂ। ਸਰਕਾਰ ਜਿਹੜੇ ਢੰਗ ਨਾਲ ਕਹਿ ਚੁੱਕੀ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਸਾਡੀ ਇੱਜ਼ਤ ਬਚਾ ਦਿਓ, ਕਿਉਂਕਿ ਅੱਜ ਤੱਕ ਇਤਿਹਾਸ ਗਵਾਹ ਹੈ ਹਿੰਦੁਸਤਾਨ 'ਚ 100 ਸਾਲ ਪੁਰਾਣੇ ਕਾਨੂੰਨ ਬਣੇ, ਅੰਗਰੇਜ਼ ਦੇ ਵੇਲੇ ਦੇ ਬਣੇ, ਉਹ ਵੀ ਅੱਜ ਤੱਕ ਚੱਲਦੇ, ਸੋਧ ਨਹੀਂ ਹੋਈ, ਜੇ ਹੋਈਆਂ ਤਾਂ ਵਾਪਸ ਘੱਟੋ ਘੱਟ ਨਹੀਂ ਹੋਏ। ਇਸੇ ਤਰ੍ਹਾਂ ਕੋਈ 50 ਸਾਲ ਕੋਈ 20 ਸਾਲ ਕਾਨੂੰਨ ਚੱਲਦਾ ਹੈ, ਇਹ ਤਾਂ ਕਾਨੂੰਨ ਬਣਦੇ ਹੀ ਵਿਰੋਧ ਹੋ ਗਿਆ। ਤਾਂ ਸਰਕਾਰ ਇਸ ਕੋਲੋਂ ਘਬਰਾਈ ਹੈ ਕੋਈ ਜੇ ਇਮੀਡੀਏਟਲੀ ਇਹਨੂੰ ਹੁਣ ਵਾਪਸ ਲੈਣਾ ਪੈ ਜਾਂਦਾ ਹੈ ਤਾਂ ਸਰਕਾਰ ਬੇਇੱਜ਼ਤੀ ਮਹਿਸੂਸ ਕਰਦੀ। ਹੁਣ ਸਰਕਾਰ ਪੇਸ਼ ਕੋਈ ਜਾਂਦੀ ਨਹੀਂ, ਤੁਸੀਂ ਇਹ ਤੋਂ ਉੱਠਦੇ ਨਹੀਂ। 4.5 ਮਹੀਨੇ ਹੋ ਗਏ ਔਰ ਹਰ ਗੱਲ ਤੁਹਾਡੀ ਜੇ ਤੁਸੀਂ ਫੀਲਡ ਵਿੱਚ ਕਹਿੰਦੇ ਹੋ ਲੋਕੀ ਪੂਰੀ ਕਰ ਦਿੰਦੇ ਨੇ। ਸਰਕਾਰ ਬੁਖਲਾਈ ਹੋਈ ਹੈ, ਸਰਕਾਰ ਆਪਣੇ ਢੰਗ ਤਰੀਕੇ ਬਣਾਉਂਦੀ ਹੈ। ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕੋਈ ਲੀਡਰਸ਼ਿਪ ਵਿੱਚ ਗੁੱਟ ਪਾਈ ਜਾਏ, ਲੋਕਾਂ ਵਿੱਚ ਗਤਵਹਿਮੀਆਂ ਪੈਦਾ ਕੀਤੀਆਂ ਜਾਣ ਤਾਂ ਕਿ ਲੋਕਾਂ ਦਾ ਲੀਡਰਸ਼ਿਪ ਤੋਂ ਵਿਸ਼ਵਾਸ ਉੱਠੇ ਔਰ ਲੀਡਰਸ਼ਿਪ ਵਿੱਚ ਘੁਸਪੈਠ ਕੀਤੀ ਜਾਏ, ਲੋਕਾਂ ਵਿੱਚ ਘੁਸਪੈਠ ਕੀਤੀ ਜਾਏ। ਸਰਕਾਰ ਦੀਆਂ ਏਜੰਸੀਆਂ ਉਕਸਾ ਕੇ ਕੋਈ ਗਲਤ ਕੰਮ ਕਰਦੇ ਤੇ ਲੋਕੀ ਘਬਰਾ ਕੇ ਗੁੱਸੇ 'ਚ ਆ ਕੇ ਅੰਦੋਲਨ ਦਾ ਜੋ ਖਾਸਾ ਹੈ ਉਹਨੂੰ ਤੋੜ ਦੇ, ਸ਼ਾਂਤਮਈ ਖਾਸਾ ਹੈ ਇਹਨੂੰ ਤੋੜ ਦੇ। ਇਸ ਕੰਮ ਲਈ ਮੈਂ ਤੁਹਾਨੂੰ ਅੱਜ ਸਪੈਸ਼ਲੀ ਇਹ ਕਹਿਣਾ ਕਿ ਇੰਨੀ ਸਰਗਰਮੀ ਵੱਧ ਗਈ ਸਰਕਾਰੀ ਏਜੰਸੀਆਂ ਦੀ, ਬਹੁਤ ਦੂਰ ਤੱਕ ਆ ਗਏ ਨੇ। ਚੌਕਸ ਰਹਿਣ ਦਾ ਸਮੇਂ ਬਹੁਤ, ਇੱਕ ਪਾਸੇ ਇੱਕ ਅੰਦੋਲਨ ਦੀ ਪੀਕ ਤੇ ਚਲਾ ਗਿਆ ਸੀ, ਫਿਰ ਟੀਸੀ ਤੇ ਪਹੁੰਚਿਆ। ਅੰਦੋਲਨ ਆਪਣੇ ਸਿਖਰ ਤੇ ਹੈ ਤੇ ਸਰਕਾਰ ਦੀਆਂ ਏਜੰਸੀਆਂ ਟੁੱਟਣ ਪਾ ਗਈ। ਸਰਕਾਰ